ਸਾਡੀ ਜ਼ਿੰਦਗੀ ਕੀ ਹੈ? ਜ਼ਿੰਦਗੀ ਹੈ ਦੂਜੇ ਦੇ ਨਾਲ ਰਿਲੇਸ਼ਨਸ਼ਿਪ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਿਸੇ ਨਾ ਕਿਸੇ ਦੇ ਨਾਲ ਜੁੜੇ ਹੋਏ ਹਾਂ, ਕਿਸੇ ਨਾ ਕਿਸੇ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਬਾਤ ਕਰ ਰਹੇ ਹਾਂ, ਕੰਮ ਕਰ ਰਹੇ ਹਾਂ, ਦੂਜੇ ਨਾਲ ਜੁੜੇ ਹੋਏ ਹਾਂ। ਉਹ ਦੂਜਾ ਕੀ ਹੈ? ਉਸ ਰਿਸ਼ਤੇ ਦਾ ਨਾਮ ਕੁਝ ਵੀ ਹੋ ਸਕਦਾ ਹੈ। ਮਾਤਾ ਪਿਤਾ, ਭੈਣ ਭਰਾ, ਦੋਸਤ ਮਿੱਤਰ, ਬੌਸ, ਕੁਲੀਗਸ, ਟੀਚਰਸ। ਅਸੀਂ ਆਪਣੇ ਆਪ ਨੂੰ ਦੇਸ਼ ਸਮਝਦੇ ਹਾਂ ਅਤੇ ਸਾਡਾ ਰਿਸ਼ਤਾ ਕੀ ਹੈ? ਜਦੋਂ ਅਸੀਂ ਕੋਈ ਦੂਜੀ ਦੇਹ ਵੇਖਦੇ ਹਾਂ, ਅਸੀਂ ਉਸ ਨੂੰ ਕੋਈ ਨਾਮ ਦੇ ਦਿੰਦੇ ਹਾਂ ਅਤੇ ਉਹਨੂੰ ਅਸੀਂ ਇੱਕ ਰਿਸ਼ਤਾ ਕਹਿੰਦੇ ਹਾਂ। ਸਾਡੇ ਸਾਰੇ ਰਿਸ਼ਤੇ ਦੂਜੀਆਂ ਦੇਹਾਂ ਦੇ ਰਿਸ਼ਤੇ ਨੇ। ਮਾਤਾ ਤੋਂ ਦੇਹ ਮਿਲੀ ਹੈ, ਪਿਤਾ ਤੋਂ ਦੇਹ ਮਿਲੀ ਹੈ, ਫਿਰ ਉਸ ਮਾਤਾ ਪਿਤਾ ਦੀ ਦੇਹ ਵਿੱਚੋਂ ਜੋ ਹੋਰ ਦੇਹਾਂ, ਜੋ ਹੋਰ ਸਰੀਰਾਂ ਨੇ ਜਨਮ ਲਿਆ, ਉਹਨਾਂ ਨੂੰ ਅਸੀਂ ਭੈਣ ਭਰਾ ਕਹਿੰਦੇ ਹਾਂ। ਫਿਰ ਉਸ ਮਾਤਾ ਪਿਤਾ ਦੇ ਨਾਲ ਹੋਰ ਜਿਹੜੀਆਂ ਦੇਹਾਂ ਜੁੜੀਆਂ ਨੇ, ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੇ ਭੈਣ ਭਰਾ, ਜਿਨ੍ਹਾਂ ਨੂੰ ਅਸੀਂ ਨਾਨਾ ਨਾਨੀ, ਮਾਮਾ ਮਾਮੀ, ਚਾਚਾ ਚਾਚੀ, ਭੂਆ ਫੁੱਫੜ, ਮਾਸੀ ਮਾਸੜ, ਇਹ ਸਾਰੇ ਰਿਸ਼ਤੇ ਇਹ ਕੀ ਹੈ? ਸਿਰਫ ਸਰੀਰ ਨੇ ਅਤੇ ਇਹਨਾਂ ਨੂੰ ਅਸੀਂ ਨਾਮ ਦਿੱਤੇ ਹੋਏ ਨੇ। ਸੋਸਾਇਟੀ ਨੇ, ਸਮਾਜ ਨੇ ਵਰਤਣ ਦੇ ਲਈ ਕੁਝ ਨਾਂ, ਲੇਬਲ ਇਹਨਾਂ ਦੇ ਉੱਤੇ ਚਿਪਕਾ ਦਿੱਤੇ ਨੇ ਅਤੇ ਇਹਨਾਂ ਲੇਬਲਾਂ ਨੂੰ ਹੀ ਅਸੀਂ ਸਾਰੀ ਜ਼ਿੰਦਗੀ ਆਪਣੀ ਜਿਹੜੀ ਹੈ ਉਹ ਸਮਰਪਣ ਕੀਤੀ ਹੋਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਿਸੇ ਨਾ ਕਿਸੇ ਰਿਸ਼ਤੇ ਦੀ ਪੂਰਤੀ ਲਈ ਕੁਝ ਨਾ ਕੁਝ ਕੰਮ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ, ਹਰ ਬਿਨ ਤੇਰੋ ਕੋ ਨਾ ਸਹਾਈ। ਤੈਨੂੰ ਲੱਗਦਾ ਹੈ ਕਿ ਇਹ ਜਿਹੜੇ ਰਿਸ਼ਤੇ ਤੂੰ ਬਣਾਏ ਨੇ, ਮਾਤਾ ਪਿਤਾ, ਭੈਣ ਭਰਾ, ਜਾਂ ਕੋਈ ਵੀ ਤੂੰ ਵਰਤ ਰਿਹਾ ਕਿਸੇ ਕੰਮ 'ਤੇ ਹੈ, ਬੜੇ ਉੱਚੇ ਅਹੁਦੇ 'ਤੇ ਹੈ, ਬੜੀ ਵੱਡੀ ਕੰਪਨੀ ਦੇ ਵਿੱਚ ਕੰਮ ਕਰ ਰਿਹਾ, ਬੜੇ ਵੱਡੇ ਉਹਦੇ ਉੱਪਰ ਤੂੰ ਬੈਠਾ ਹੋਇਆ, ਪਰ ਕਹਿੰਦੇ ਇਹ ਸਾਰਾ ਕੁਝ ਜੋ ਤੂੰ ਦੇਖ ਰਿਹਾ, ਜਿੱਥੇ ਤੂੰ ਵਰਤ ਰਿਹਾ, ਹਰ ਬਿਨ ਤੇਰੋ ਕੋ ਨਾ ਸਹਾਈ, ਇਹ ਤੇਰਾ ਕੋਈ ਵੀ ਸਹਾਈ ਨਹੀਂ ਹੋਣਾ, ਇਹਨਾਂ ਵਿੱਚੋਂ ਕੁਝ ਵੀ ਤੇਰੇ ਕੰਮ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਕਿਉਂਕਿ ਇਹ ਸਾਰੇ ਰਿਸ਼ਤੇ ਜਿਹੜੇ ਨੇ, ਇਹ ਮਤਲਬ ਦੇ ਰਿਸ਼ਤੇ ਨੇ, ਇਹ ਮੋਹ ਦੇ ਰਿਸ਼ਤੇ ਨੇ। ਗੁਰੂ ਜੀ ਕਹਿੰਦੇ ਨੇ, ਮਮਤਾ ਮੋਹ ਧੋਹ ਮਦ ਮਾਤਾ, ਬੰਧਨ ਬਾਂਧਿਆ ਅਤ ਬਿਕਰਾਲ। ਜਿਹਨੂੰ ਅਸੀਂ ਪ੍ਰੇਮ ਕਹਿੰਦੇ ਹਾਂ ਇਸ ਦੁਨੀਆ ਦੇ ਅੰਦਰ, ਇਸ ਸੰਸਾਰ ਦੇ ਅੰਦਰ, ਉਹ ਪ੍ਰੇਮ ਨਹੀਂ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੈਨੂੰ ਆਪਣੇ ਮਾਤਾ ਪਿਤਾ ਨਾਲ ਬੜਾ ਪ੍ਰੇਮ ਹੈ, ਜਾਂ ਮਾਂ ਨੂੰ ਆਪਣੇ ਪੁੱਤਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਬੜਾ ਪ੍ਰੇਮ ਹੈ, ਗੁਰੂ ਜੀ ਕਹਿੰਦੇ ਉਹ ਪ੍ਰੇਮ ਨਹੀਂ। ਉਹ ਕੀ ਹੈ? ਮਮਤਾ। ਮਮਤਾ ਮੋਹ। ਉਹ ਮਮਤਾ ਹੈ ਕਿਉਂਕਿ ਸਰੀਰ ਦੇ ਵਿੱਚੋਂ ਸਰੀਰ ਨਿਕਲਿਆ ਹੈ ਅਤੇ ਇਸ ਕਰਕੇ ਉਸ ਸਰੀਰ ਨੂੰ, ਸਰੀਰ ਦੇ ਵਿੱਚ ਇੱਕ ਆਸ ਹੈ, ਉਸ ਸਰੀਰ ਦੇ ਨਾਲ ਇੱਕ ਮੋਹ ਹੈ, ਇੱਕ ਮਮਤਾ ਹੈ। ਇਹ ਮਮਤਾ ਜਿਹੜੀ ਹੈ, ਮੋਹ ਜਿਹੜਾ ਹੈ, ਇਸ ਪ੍ਰਕਿਰਤੀ ਦਾ ਹਿੱਸਾ ਹੈ, ਇਸ ਕੁਦਰਤ ਦਾ ਹਿੱਸਾ ਹੈ। ਅਤੇ ਕੁਦਰਤ ਕੀ ਹੈ? ਕੁਦਰਤ ਬੇਹੋਸ਼ ਹੈ। ਜਾਨਵਰਾਂ ਦੇ ਅੰਦਰ ਵੀ ਇਹੀ ਚੀਜ਼ਾਂ ਮਿਲ ਜਾਣਗੀਆਂ ਜੋ ਸਾਡੇ ਅੰਦਰ ਨੇ, ਮੋਹ ਮਮਤਾ। ਗੁਰੂ ਜੀ ਕਹਿੰਦੇ ਨੇ, ਮਮਤਾ ਮੋਹ ਧਰੋ ਮਦ ਮਾਤਾ। ਇਹ ਇੱਕ ਨਸ਼ਾ ਹੈ ਜਿਹਨੂੰ ਅਸੀਂ ਰਿਸ਼ਤਿਆਂ ਦੀ ਤਾਕਤ ਸਮਝਦੇ ਹਾਂ। ਸਾਨੂੰ ਲੱਗਦਾ ਕਿ ਸਾਨੂੰ ਪ੍ਰੇਮ ਹੈ, ਪਰ ਇਹ ਪ੍ਰੇਮ ਨਹੀਂ। ਗੁਰੂ ਜੀ ਕਹਿੰਦੇ ਨੇ ਮੋਹ ਹੈ। ਅਤੇ ਮੋਹ ਕੀ ਹੈ? ਇਹ ਧਰੋਹ ਹੈ, ਇੱਕ ਧੋਖਾ ਹੈ। ਮਦ ਮਾਤਾ ਇੱਕ ਨਸ਼ਾ ਹੈ। ਕਿਉਂ? ਕਿਉਂਕਿ ਸਾਰੀ ਜ਼ਿੰਦਗੀ ਆਪਣੀ, ਜਨਮ ਤੋਂ ਲੈ ਕੇ ਮਰਨ ਤੱਕ, ਇਹਨਾਂ ਝੂਠਿਆਂ ਰਿਸ਼ਤਿਆਂ ਦੇ ਮੋਹ ਦੇ ਵਿੱਚ ਪੈ ਕੇ ਇੱਦਾਂ ਦੇ ਕੰਮ ਕਰਨੇ ਆ ਜੋ ਸਾਨੂੰ ਬੰਧਨਾਂ ਦੇ ਵਿੱਚ ਪਾਉਂਦੇ ਨੇ। ਗੁਰੂ ਜੀ ਕਹਿੰਦੇ ਨੇ, ਬੰਧਨ ਬਾਂਧਿਆ ਅਤ ਬਿਕਰਾਲ। ਇਹਨਾਂ ਬੰਧਨਾਂ ਦੇ ਵਿੱਚ ਪੈ ਕੇ ਜੋ ਇਹ ਰਿਸ਼ਤੇ ਨੇ, ਤੂੰ ਬੰਨਿਆ ਜਾਂਦਾ, ਤੂੰ ਜਕੜਿਆ ਜਾਂਦਾ। ਅਤ ਬਿਕਰਾਲ, ਤੇਰੀ ਸ਼ਕਲ ਇੱਕਦਮ ਭੂਤਾਂ ਵਰਗੀ ਬਿਕਰਾਲ ਹੋ ਜਾਂਦੀ ਹੈ। ਦੇਖਿਆ ਨਾ ਆਪਾਂ, ਜਦੋਂ ਇਨਸਾਨ ਬਜ਼ੁਰਗ ਹੋ ਜਾਂਦਾ ਹੈ ਅਤੇ ਜੇ ਸਿਰਫ ਉਹਨੇ ਰਿਸ਼ਤਿਆਂ ਨੂੰ ਹੀ ਨਿਭਾਇਆ, ਬਸ ਸੰਸਾਰ ਦੇ ਵਿੱਚ ਜੁੜ ਕੇ ਕਮਾਈ ਕਰਕੇ ਅਤੇ ਸਰੀਰਾਂ ਦਾ ਪਾਲਣ ਪੋਸ਼ਣ ਹੀ ਕੀਤਾ, ਕੋਈ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਮਨ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ, ਧਰਮ ਦੇ ਨਾਲ ਜੁੜਿਆ ਵੀ ਅਤੇ ਸਿਰਫ ਇਹਨਾਂ ਝੂਠੇ ਰਿਸ਼ਤੇ ਨਾਤਿਆਂ ਨੂੰ ਪੂਰਾ ਕਰਨ ਦੇ ਲਈ ਜੁੜਿਆ, ਕੋਈ ਮਨ ਦੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ, ਪ੍ਰਭੂ ਦਾ ਪਿਆਰ ਨਹੀਂ,
ਤੇ ਅਸੀਂ ਵੇਖਦੇ ਹਾਂ ਤੇ ਚਿਹਰੇ ਬੜੇ ਭਿਆਨਕ ਨਜ਼ਰ ਆਉਂਦੇ ਨੇ, ਬੜੇ ਬੁਰੇ ਲੱਗਦੇ ਨੇ। ਗੁਰੂ ਜੀ ਕਹਿੰਦੇ ਨੇ ਕਿਉਂ ਲੱਗਦੇ ਨੇ? ਕਿਉਂਕਿ ਉਹਨੇ ਸਿਰਫ ਸਰੀਰਾਂ ਤੱਕ ਸੀਮਿਤ ਹੋ ਕੇ ਆਪਣਾ ਜੀਵਨ ਬਤੀਤ ਕਰ ਦਿੱਤਾ। ਬਸ ਉਹਨੂੰ ਇਹੀ ਸੀ ਕਿ ਮੇਰਾ ਵੰਸ਼ ਚੱਲਦਾ ਰਹੇ, ਬਸ ਉਹਨੂੰ ਇਹੀ ਸੀ ਕਿ ਜੋ ਮੈਂ ਕਮਾਈ ਕੀਤੀ ਹੈ, ਜੋ ਮੇਰੇ ਕੋਲ ਹੈ, ਉਹ ਮੈਂ ਕਿਸੇ ਨੂੰ ਦੇ ਜਾਵਾਂ। ਜ਼ਿਆਦਾਤਰ ਮਾਤਾ ਪਿਤਾ ਦੀ ਆਸ ਬੱਚੇ ਜਦੋਂ ਪੈਦਾ ਕਰਦੇ ਨੇ ਇਹੀ ਹੁੰਦਾ ਕਿ ਵੰਸ਼ ਚੱਲਦਾ ਰਹੇ। ਅਤੇ ਗੁਰੂ ਜੀ ਕਹਿੰਦੇ ਨੇ ਇਹ ਸਭ ਵੰਸ਼ ਦੀਆਂ ਗੱਲਾਂ ਤੇਰੀਆਂ ਬੇਕਾਰ ਨੇ। ਕਿਉਂ? ਗੁਰੂ ਜੀ ਕਹਿੰਦੇ ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ। ਕਹਿੰਦੇ ਤੁਸੀਂ ਹੋਵੋਗੇ ਪਿਤਾ, ਤੁਸੀਂ ਬਣੇ ਹੋਵੋਗੇ ਮਾਤਾ, ਪਰ ਤੁਸੀਂ ਵਿਕਰਾਲ ਰੂਪ ਹੀ ਧਾਰਨ ਕੀਤੇ ਨੇ। ਆਪਣੇ ਬੱਚਿਆਂ ਨੂੰ ਵੀ ਬੰਧਨਾਂ ਵਿੱਚ ਹੀ ਪਾਇਆ, ਕਿਉਂਕਿ ਤੁਸੀਂ ਖੁਦ ਬੰਧਨਾਂ 'ਚੋਂ, ਤੁਸੀਂ ਬੰਧਨਾਂ ਦੇ ਵਿੱਚ ਸੁੱਤਿਆਂ ਸੁੱਤਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਅਤੇ ਹੁਣ ਹੋਰ ਸਰੀਰਾਂ ਨੂੰ, ਹੋਰ ਦੇਹਾਂ ਨੂੰ ਤੁਸੀਂ ਜਨਮ ਦੇ ਕੇ ਅਤੇ ਤੁਹਾਨੂੰ ਲੱਗਦਾ ਕਿ ਬੜਾ ਵੱਡਾ ਤੁਸੀਂ ਕਾਰਜ ਕਰ ਦਿੱਤਾ, ਪਰ ਤੁਸੀਂ ਜੀਵਨ ਵਿਅਰਥ ਗਵਾ ਦਿੱਤਾ। ਕਹਿੰਦੇ ਨੇ ਅਸਲ ਮਾਤਾ, ਅਸਲ ਪਿਤਾ ਕੌਣ ਹੈ? ਧੰਨ ਸੋ ਵੰਸ਼, ਉਹ ਵੰਸ਼ ਧਨ ਹੈ। ਧੰਨ ਸੋ ਪਿਤਾ, ਉਹ ਪਿਤਾ ਧਨ ਹੈ। ਧੰਨ ਸੋ ਮਾਤਾ, ਉਹ ਮਾਤਾ ਧਨ ਹੈ। ਕਿਹੜੀ? ਜਿਨ ਜਣ ਜਣੇ। ਜਿਸ ਮਾਤਾ ਨੇ, ਜਿਸ ਪਿਤਾ ਨੇ ਜਨ ਨੂੰ ਪੈਦਾ ਕੀਤਾ। ਜਨ ਦਾ ਅਰਥ ਕੀ ਹੈ? ਭਗਤ। ਉਸ ਪ੍ਰਭੂ ਦੇ ਪ੍ਰੇਮ 'ਚ ਜਿਹੜਾ ਮਨੁੱਖ ਰੰਗਿਆ ਗਿਆ, ਉਸ ਦੇ ਮਾਤਾ ਪਿਤਾ ਧਨ ਨੇ, ਉਹ ਵੰਸ਼ ਧਨ ਹੈ। ਗੁਰੂ ਜੀ ਇਹ ਨਹੀਂ ਕਹਿੰਦੇ ਕਿ ਜਿਨ੍ਹਾਂ ਨੇ ਬਸ ਪੈਸੇ ਕਮਾ ਲਏ, ਦੁਨੀਆ ਦੇ ਨਾਮ ਕਰ ਲਿਆ, ਧਰਮ ਕਰਮ ਦੇ ਕਾਰਜ ਕਰ ਦਿੱਤੇ, ਗੁਰਦੁਆਰਿਆਂ 'ਚ ਸੇਵਾ ਕਰ ਲਈ, ਲੰਗਰ ਬਣਾ ਲਿਆ, ਪਾਠ ਕਰਵਾ ਲਏ, ਕੀਰਤਨ ਸੁਣ ਲਿਆ, ਗੁਰਬਾਣੀ ਪੜ੍ਹ ਲਈ, ਬਸ ਇੱਥੇ ਤੱਕ ਸੀਮਿਤ। ਨੋ, ਕਹਿੰਦੇ ਜਨ ਜਣੇ, ਜਨ ਬਣਨਾ ਪਏਗਾ। ਜਨ ਦਾ ਅਰਥ ਹੈ ਕਿ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਉਸ ਮਾਲਕ ਨੂੰ ਸਮਰਪਣ, ਉਸ ਦੀ ਖੋਜ ਦੇ ਵਿੱਚ ਜੀਵਨ ਨੂੰ ਲਗਾ ਦੇਣਾ। ਜੇ ਇਹ ਕੰਮ ਨਹੀਂ ਕੀਤਾ ਤਾਂ ਫਿਰ ਗੁਰੂ ਜੀ ਕਹਿੰਦੇ ਨੇ ਹਰ ਬਿਨ ਤੇਰੋ ਕੋ ਨਾ ਸਹਾਈ। ਜੇ ਉਸ ਹਰੀ ਨੂੰ ਨਹੀਂ ਜਾਣਿਆ ਤੇ ਤੇਰੇ ਇਹ ਜਿਹੜੇ ਰਿਸ਼ਤੇ ਨਾਤੇ ਨੇ ਕਿਸੇ ਕੰਮ ਦੇ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਾਂ ਕੀ ਮਾਤ ਪਿਤਾ ਸੁੱਤ ਬਣਤਾ, ਕੋ ਕਾਹੂ ਕੋ ਭਾਈ। ਕਹਿੰਦੇ ਜਿਹੜੇ ਤੈਨੂੰ ਲੱਗਦਾ ਕਿ ਬੜੀ ਜ਼ਿੰਦਗੀ ਤੂੰ ਜੀ ਰਿਹਾ ਮਜ਼ੇਦਾਰ, ਕਿ ਮੈਂ ਤਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਰਿਹਾ, ਠੀਕ ਹੈ ਸੇਵਾ ਕਰ ਰਿਹਾ, ਪਰ ਮਾਤਾ ਪਿਤਾ ਤੱਕ ਸੀਮਿਤ ਨਹੀਂ ਰਹਿਣਾ ਸੀ। ਕਾਹ ਕੀ ਮਾਤ, ਕਹਿੰਦੇ ਕਿਹੜੀ ਮਾਂ ਹੈ? ਪਿਤਾ, ਕਿਹੜਾ ਪਿਤਾ? ਸੁੱਤ, ਕਿਹੜੇ ਬੱਚੇ? ਬਣਤਾ, ਰਿਸ਼ਤੇ ਨਾਤੇ, ਤੇਰੀ ਜਨਾਨੀ। ਕੋ ਕਾਹੂ ਕੋ ਨਾਹੀ, ਤੈਨੂੰ ਇਹ ਪਤਾ ਨਹੀਂ ਲੱਗ ਰਿਹਾ ਇਹ ਕਿਸੇ ਦੇ ਨਹੀਂ। ਕਿਉਂ ਕਿਸੇ ਦੇ ਨਹੀਂ? ਕਿਉਂਕਿ ਇਹਨਾਂ ਦੇ ਆਪਣੇ ਸਵਾਰਥ ਨੇ, ਇਹ ਆਪਣੇ ਸਵਾਰਥ ਕਰਕੇ ਜੁੜੇ ਨੇ। ਮਾਤਾ ਪਿਤਾ ਦਾ ਸਵਾਰਥ ਹੈ ਕਿ ਬੁਢੇਪੇ ਦੇ ਅੰਦਰ ਬੱਚਾ ਕੰਮ ਆਏਗਾ, ਮੋਹ ਹੈ। ਪੁੱਤਰ ਦਾ ਸਵਾਰਥ ਹੈ ਕਿ ਪਿਤਾ ਦੇ ਕੋਲ ਪ੍ਰੋਪਰਟੀ ਬਹੁਤ ਜ਼ਿਆਦਾ ਹੈ, ਜੋ ਉਹਦੇ ਆਗਿਆਕਾਰੀ ਬਣ ਕੇ ਰਹੇਗਾ ਅਤੇ ਜੋ ਪਿਤਾ ਕੋਲ ਹੈ ਉਹਨੂੰ ਮਿਲੇਗਾ। ਬਣਤਾ, ਪਤਨੀ ਨੂੰ ਵੀ ਇਹੀ ਡਰ ਹੈ, ਉਹਨੂੰ ਸਿਕਿਉਰਿਟੀ ਚਾਹੀਦੀ ਹੈ। ਉਹਨੂੰ ਲੱਗਦਾ ਮੇਰੇ ਪਤੀ ਕੋਲੋਂ ਮੈਨੂੰ ਸਿਕਿਉਰਿਟੀ ਮਿਲਦੀ ਹੈ, ਜੋ ਉਹਨੂੰ ਚਾਹੀਦਾ ਉਹ ਪਤੀ ਕੋਲੋਂ ਮਿਲ ਰਿਹਾ। ਵੱਡਾ ਘਰ ਹੈ, ਗਹਿਣੇ ਵਧੀਆ ਮਿਲ ਜਾਂਦੇ ਨੇ, ਕੱਪੜੇ ਪਾਉਣ ਨੂੰ ਵਧੀਆ ਮਿਲ ਜਾਂਦੇ ਨੇ, ਗੱਡੀ ਵਧੀਆ ਹੈ। ਪਰ ਗੁਰੂ ਜੀ ਕਹਿੰਦੇ ਨੇ ਕੋ ਕਾਹੂ ਕੋ ਨਾਹੀ, ਕੋ ਕਾਹੂ ਕੋ ਭਾਈ। ਹੇ ਮੇਰੇ ਭਾਈ, ਜਿਨ੍ਹਾਂ ਪਿੱਛੇ ਤੂੰ ਲੱਗਿਆ, ਇਹ ਸਿਰਫ ਸਵਾਰਥ ਦੇ, ਜਿਵੇਂ ਪਹਿਲਾਂ ਆਇਆ ਸੀ ਨਾ, ਗੁਰੂ ਜੀ ਨੇ ਕਿਹਾ ਸੀ ਇਹ ਸਾਰੇ ਜਿਹੜੇ ਨੇ ਮਮਤਾ ਅਤੇ ਮੋਹ ਕਰਕੇ ਜੁੜੇ ਹੋਏ ਨੇ। ਸਾਨੂੰ ਇਹ ਗੱਲਾਂ ਹੋ ਸਕਦਾ ਹੈ ਥੋੜ੍ਹੀਆਂ ਜਿਹੀਆਂ ਅਜੀਬ ਲੱਗਣ, ਕਿਉਂਕਿ ਸਾਨੂੰ ਇਹੀ ਸਮਝਾਇਆ ਜਾਂਦਾ ਹੈ ਧਾਰਮਿਕ ਸਥਾਨਾਂ ਦੇ ਉੱਤੇ ਵੀ, ਜਿੱਥੇ ਸਾਨੂੰ ਸੱਚ ਦੀ ਗੱਲ ਦੱਸਣੀ ਚਾਹੀਦੀ ਹੈ, ਉੱਥੇ ਵੀ ਸਾਨੂੰ ਇਹੀ ਸਮਝਾ ਕੇ ਘਰ ਤੋਰ ਦਿੱਤਾ ਜਾਂਦਾ ਹੈ ਕਿ ਮਾਤਾ ਪਿਤਾ ਦੀ ਸੇਵਾ ਕਰੋ, ਗ੍ਰਸਤੀ ਜੀਵਨ ਸਭ ਤੋਂ ਉੱਚਾ ਹੈ। ਜੇ ਵਿਆਹ ਨਹੀਂ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਗ੍ਰਸਤ ਜੀਵਨ ਹੋਣਾ ਚਾਹੀਦਾ, ਵਿਆਹ ਕਰੋ, ਬੱਚੇ ਜੰਮੋ, ਬਸ ਇਹੀ ਜੀਵਨ ਹੈ। ਪਰ ਗੁਰਬਾਣੀ ਕੁਝ ਹੋਰ ਦੱਸਦੀ ਹੈ, ਗੁਰਬਾਣੀ ਸੱਚ ਕਹਿੰਦੀ ਹੈ, ਪਰ ਜਿਹੜੇ ਇਹ ਧਾਰਮਿਕ ਠੇਕੇਦਾਰ ਨੇ, ਪੰਡਤ ਨੇ, ਇਹ ਸਾਨੂੰ ਆਪਣੇ ਮਤਲਬ ਦੇ ਅਨੁਸਾਰ ਦੱਸ ਕੇ, ਅਰਥ ਕਰਕੇ ਘਰਾਂ ਨੂੰ ਤੋੜ ਦਿੰਦੇ ਨੇ, ਸਾਨੂੰ ਬੰਧਨਾਂ ਦੇ ਵਿੱਚ ਪਾ ਕੇ, ਅਤੇ ਸਾਨੂੰ ਵੀ ਲੱਗਦਾ ਕਿ ਅਸੀਂ ਬੜਾ ਉੱਚਾ ਧਰਮ ਦਾ ਕੰਮ ਕਰ ਰਹੇ ਹਾਂ। ਗੁਰੂ ਜੀ ਕਹਿੰਦੇ ਨੇ ਮਾਤ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ।
ਇਹ ਮਾਤਾ ਪਿਤਾ ਸਭ ਹੇਤ ਹੈ। ਹੇਤ ਦਾ ਅਰਥ ਕੀ ਹੈ? ਲਾਲਚ। ਮਨ ਦੇ ਅੰਦਰ ਕੋਈ ਡਰ ਹੈ, ਕੋਈ ਲਾਲਚ ਹੈ, ਜਿਸ ਕਰਕੇ ਇਹ ਸਾਰੇ ਰਿਸ਼ਤੇ ਨੇ ਇੱਕ ਦੂਜੇ ਨਾਲ ਅਸੀਂ ਤਾਂ ਹੀ ਜੁੜੇ ਹੋਏ ਹਾਂ। ਹਰ ਬੰਦਾ ਡਰਿਆ ਹੋਇਆ ਹੈ, ਹਰ ਬੰਦੇ ਨੂੰ ਕੁਝ ਲਾਲਚ ਹੈ, ਕੁਝ ਪਾਣਾ ਹੈ, ਅਤੇ ਇਸ ਡਰ ਅਤੇ ਲਾਲਚ ਦੇ ਵਿੱਚੋਂ ਹੀ ਸਾਡੇ ਸਾਰੇ ਰਿਸ਼ਤੇ ਜਨਮ ਲੈਂਦੇ ਨੇ। ਸੱਚ ਅਤੇ ਝੂਠ ਦੇ ਵਿੱਚ ਇਹ ਅੰਤਰ ਹੈ। ਗੁਰੂ ਜੀ ਸੱਚ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਮਾਤਾ ਪਿਤਾ ਮੰਨ ਕੇ ਅਤੇ ਉਹਨਾਂ ਦਾ ਕਹਿਣਾ ਮੰਨ ਕੇ ਆਪਣੇ ਜੀਵਨ ਨੂੰ ਬੰਧਨਾਂ 'ਚ ਪਾਇਆ ਹੋਇਆ ਹੈ। ਕਿਵੇਂ ਪਾਇਆ ਹੋਇਆ ਹੈ? ਹਰ ਪਿਤਾ ਦਾ ਇਹ ਸੁਪਨਾ ਹੈ ਕਿ ਉਹਦਾ ਪੁੱਤਰ ਬੜਾ ਉੱਚੀ ਜਗ੍ਹਾ 'ਤੇ ਪਹੁੰਚੇ, ਬੜਾ ਨਾਮ ਕਰੇ ਦੁਨੀਆ 'ਤੇ, ਉਹਦਾ ਪੈਸੇ ਇਕੱਠੇ ਕਰੇ, ਧਨ ਜਾਇਦਾਦ ਇਕੱਠੀ ਕਰੇ। ਕੋਈ ਐਸਾ ਪਿਤਾ ਹੈ ਦੁਨੀਆ 'ਤੇ ਜਿਹੜਾ ਕਹੇ ਕਿ ਮੇਰਾ ਪੁੱਤਰ ਜਿਹੜਾ ਉਹ ਸੰਨਿਆਸੀ ਬਣ ਜਾਏ, ਮੇਰਾ ਪੁੱਤਰ ਜਿਹੜਾ ਉਹ ਹੈ ਪਰਮਾਤਮਾ ਦੇ ਮਾਰਗ 'ਤੇ ਤੁਰੇ? ਅੱਜ ਦੇ ਸਮੇਂ ਦੇ ਅੰਦਰ ਕੋਈ ਐਸਾ ਪਿਤਾ ਨਹੀਂ ਮਿਲੇਗਾ। ਮਾਤਾ ਦਾ ਸੁਪਨਾ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਚੰਗੀ ਜੀ ਨੂੰਹ ਲੈ ਕੇ ਆਏ, ਘਰ ਦੇ ਕੰਮ ਕਰੇ, ਮੇਰਾ ਕਹਿਣਾ ਮੰਨੇ। ਕੋਈ ਹੈ ਐਸੀ ਮਾਤਾ ਜਿਹੜੀ ਕਹੇ ਕਿ ਮੇਰਾ ਪੁੱਤਰ ਧਰਮ ਦੇ ਰਾਹ ਦੇ ਉੱਤੇ ਆਪਣਾ ਜੀਵਨ ਅਰਪਣ ਸਮਰਪਣ ਕਰ ਦੇ? ਗੁਰੂ ਜੀ ਸੱਚੀ ਗੱਲ ਕਹਿੰਦੇ ਨੇ। ਗੁਰੂ ਜੀ ਕਹਿੰਦੇ ਨੇ ਸਾਰੇ ਬੰਧਨ ਨੇ, ਬੰਧਨ। ਮਾਤ ਪਿਤਾ ਸੰਸਾਰੇ, ਮਾਤਾ ਪਿਤਾ ਸਿਰਫ ਤੁਹਾਨੂੰ ਸੰਸਾਰ ਤੱਕ ਸੀਮਿਤ ਰੱਖਣਗੇ, ਸੰਸਾਰ ਵਿੱਚ ਹੀ ਤੁਹਾਨੂੰ ਜੋੜੀ ਰੱਖਣਗੇ ਕਿ ਸੰਸਾਰ ਦੇ ਕੰਮ ਕਰੀ ਜਾਓ। ਜੇ ਪਿਤਾ ਡਾਕਟਰ ਹੈ ਤਾਂ ਕਹੇਗਾ ਮੇਰਾ ਪੁੱਤਰ ਵੀ ਡਾਕਟਰ ਬਣ ਜਾਏ। ਜੇ ਪਿਤਾ ਵੱਡਾ ਕੋਈ ਰਾਜਨੇਤਾ ਹੈ, ਤੈਨੂੰ ਲੱਗਦਾ ਹੈ ਮੈਂ ਆਪਣੇ ਪੁੱਤਰ ਨੂੰ ਗੱਦੀ 'ਤੇ ਬਿਠਾ ਦੇਵਾਂ। ਬੰਧਨ ਸੁੱਤ ਕੰਨਿਆ ਅਰ ਨਾਰ। ਫਿਰ ਆਪਣੇ ਸਰੀਰ 'ਚੋਂ ਜਿੰਨੇ ਹੋਰ ਸਰੀਰ ਪ੍ਰਗਟ ਹੁੰਦੇ ਨੇ, ਪੈਦਾ ਹੁੰਦੇ ਨੇ, ਉਹ ਸਾਰੇ ਬੰਧਨ ਨੇ। ਕਿਹੜੇ ਕਿਹੜੇ? ਸੁੱਤ, ਪੁੱਤਰ, ਕੰਨਿਆ, ਧੀ ਅਰ ਨਾਰ। ਹਰ ਬੰਦੇ ਦਾ ਜੀਵਨ ਸਿਰਫ ਇਹਨਾਂ 4-5 ਰਿਸ਼ਤਿਆਂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ, ਅਤੇ ਜਿੰਨੇ ਉਹ ਬੁਰੇ ਕੰਮ ਕਰਦਾ ਹੈ 4-5 ਰਿਸ਼ਤਿਆਂ ਕਰਕੇ ਕਰਦਾ ਹੈ। ਮੇਰੀ ਮਜਬੂਰੀ ਹੈ, ਮੇਰੇ ਬੱਚੇ ਨੇ, ਉਹਨਾਂ ਨੂੰ ਪਾਲਣਾ ਹੈ, ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ। ਉਹਨਾਂ ਦੇ ਪਾਲਣ ਪੋਸ਼ਣ ਕਰਨ ਦੇ ਲਈ ਫਿਰ ਉਹ ਦੂਜਿਆਂ ਦੇ ਨਾਲ ਅਤਿਆਚਾਰ ਕਰਦਾ ਹੈ, ਕਰਪਸ਼ਨ ਕਰਦਾ ਹੈ, ਪੈਸੇ ਅੰਡਰ ਦਾ ਟੇਬਲ, ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ। ਜਿੰਨੇ ਜੋ ਜਹਾਨ ਦੇ ਬੁਰੇ ਕੰਮ ਨੇ ਸਾਰੇ ਸਿਰਫ ਇੱਕ ਪਰਿਵਾਰ ਦੇ ਨਾਂ 'ਤੇ ਹੋ ਰਹੇ ਨੇ। ਇਹ ਬੰਧਨ ਹੈ। ਬੰਧਨ ਕਰਮ ਧਰਮ ਹੋਂ ਕੀਆ। ਫਿਰ ਕਹਿੰਦੇ ਨੇ ਗੁਰੂ ਜੀ ਇਹਨਾਂ 4-5 ਰਿਸ਼ਤਿਆਂ ਕਰਕੇ ਫਿਰ ਤੂੰ ਕਰਮ ਵੀ ਕਰਦਾ, ਧਰਮ ਵੀ ਕਰਦਾ। ਉਹ ਕਾਹਦੇ ਲਈ ਕਰਦਾ? ਹੋਂ ਕੀਆ, ਆਪਣੇ ਲਈ ਕਰਦਾ, ਮਤਲਬ ਲਈ ਕਰਦਾ। ਜੇ ਧਰਮ ਦੇ ਨਾਲ ਜੁੜਦਾ ਤਾਂ ਵੀ ਮਤਲਬ ਲਈ ਜੁੜਦਾ। ਬੰਧਨ ਨੂੰ ਹੋਰ ਵੱਡਾ ਕਰੀ ਜਾਂਦਾ। ਬੰਧਨ ਪੁੱਤ ਕਲਤ ਮਨ ਬੀਆ। ਫਿਰ ਤੇਰੇ ਮਨ 'ਚ ਹੋਰ ਆਸ਼ਾਵਾਂ ਨੇ, ਹੋਰ ਸੁਪਨੇ ਨੇ ਕਿ ਤੇਰੇ ਪੁੱਤਰ ਨੇ ਜਿਹੜੇ ਤੂੰ ਸੁਪਨੇ ਨਹੀਂ ਪੂਰੇ ਕਰ ਸਕਿਆ ਉਹ ਤੇਰੇ ਪੁੱਤਰ ਕਰਨ। ਬੰਧਨ ਕਿਰਖੀ ਕਰਾਂ ਕਿਰਸਾਨ। ਕਹਿੰਦੇ ਜਿਵੇਂ ਕਿਰਸਾਨ ਹੈ, ਉਹਦਾ ਬੰਧਨ ਕੀ ਹੈ? ਕਿਰਸਾਨੀ। ਉਹ ਸਵੇਰ ਤੋਂ ਸ਼ਾਮ ਤੱਕ ਉਹਦਾ ਮਨ ਸਿਰਫ ਕਿਰਸਾਨੀ 'ਚ ਹੀ ਅਟਕਿਆ ਕਿ ਇਹ ਹੁਣ ਸੀਜ਼ਨ ਆ ਗਿਆ, ਹੁਣ ਇਹ ਬੀਜਣਾ, ਹੁਣ ਵੱਢਣ ਦਾ ਟਾਈਮ ਆ ਗਿਆ, ਹੁਣ ਵੇਚਣ ਦਾ ਟਾਈਮ ਆ ਗਿਆ। ਉਹਦੀ ਜ਼ਿੰਦਗੀ ਸਾਰੀ ਕਿਰਸਾਨ ਦੀ ਕਿਰਸਾਨੀ ਦੇ ਆਲੇ ਦੁਆਲੇ ਹੈ। ਇਸੇ ਤਰੀਕੇ ਨਾਲ ਤੇਰੀ ਕਿਰਸਾਨੀ ਕੀ ਹੈ? ਤੇਰੇ ਬੱਚੇ, ਤੇਰੇ ਰਿਸ਼ਤੇ, ਤੇਰੇ ਮਾਤਾ ਪਿਤਾ। ਗੁਰੂ ਜੀ ਕਹਿੰਦੇ ਨੇ ਧਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਅਪਨਾਈ। ਜਿਨ੍ਹਾਂ ਨੂੰ ਤੂੰ ਆਪਣੀ ਮੰਨਦਾ ਹੈ, ਧਨ ਧਰਨੀ ਔਰ ਸੰਪਤ, ਇਹ ਸਾਰੀ ਜ਼ਿੰਦਗੀ ਅਸੀਂ ਇਹੀ ਜਿਹੇ ਕੰਮ ਜੀਨੇ ਹਾਂ, ਇਹੀ ਕੰਮ ਕਰਦੇ ਹਾਂ। ਧਨ ਲਈ ਜੀ ਰਹੇ ਹਾਂ, ਧਰਨੀ ਲਈ ਜੀ ਰਹੇ ਹਾਂ, ਸੰਪਤ ਪ੍ਰੋਪਰਟੀ ਲਈ ਜੀ ਰਹੇ ਹਾਂ ਕਿ ਮੇਰੀ ਹੈ। ਤਨ ਛੁਟੈ ਕਛ ਸੰਗ ਨਾ ਚਾਲੈ ਕਹਾਂ ਤਾਹੇ ਲਪਟਾਈ। ਗੁਰੂ ਜੀ ਕਹਿੰਦੇ ਨੇ ਤਨ ਤੇਰਾ ਜਦੋਂ ਛੁੱਟਣਾ ਹੈ, ਔਰ ਤਨ ਕੋਈ ਇਹ ਨਹੀਂ ਕਿ 100 ਸਾਲ ਬਾਅਦ ਹੀ ਛੁੱਟਣਾ ਜਾਂ 70 ਸਾਲ ਬਾਅਦ, ਅੱਜ ਵੀ ਛੁੱਟ ਸਕਦਾ। ਮੌਤ ਤੇ ਕਦੋਂ ਵੀ ਆ ਸਕਦੀ ਹੈ। ਔਰ ਜਿਹੜੇ ਕੰਮਾਂ 'ਚ ਤੂੰ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਉਹ ਕੰਮਾਂ ਨੇ ਤੇਰੇ ਕੰਮ ਨਹੀਂ ਆਉਣਾ। ਉਹਨਾਂ ਕਰਕੇ ਤੂੰ ਜੀਵਨ ਵੀ ਆਪਣਾ ਦੁੱਖਾਂ 'ਚ ਬਤੀਤ ਕੀਤਾ ਅਤੇ ਮਰੇਗਾ ਵੀ ਦੁੱਖ 'ਚ ਹੀ। ਮਰੇਗਾ ਕਿਉਂ? ਕਿਉਂਕਿ ਤੈਨੂੰ ਇਹ ਮਨ 'ਚ ਤੇਰੇ ਹੋਏਗਾ ਕਿ ਮੈਂ ਇੰਨਾ ਪੈਸਾ ਇਕੱਠਾ ਕੀਤਾ, ਇੰਨੀ ਪ੍ਰੋਪਰਟੀ ਬਣਾਈ, ਇੱਕ ਦਿਨ ਸੋਚਿਆ ਸੀ ਕਿ ਭੋਗਾਂਗੇ, ਇੰਜੋਏ ਕਰਾਂਗੇ, ਪਹਿਲਾਂ ਇਕੱਠਾ ਕਰ ਲਈਏ, ਪਹਿਲਾਂ ਹੋਰ ਜੋੜ ਲਈਏ, ਹੋਰ ਪ੍ਰੋਪਰਟੀ ਬਣ ਜਾਏ, ਹੋਰ ਬੈਂਕ ਬੈਲੈਂਸ ਵੱਧ ਜਾਏ। ਪਰ ਤੂੰ ਕਦੇ ਜ਼ਿੰਦਗੀ ਇੰਜੋਏ ਕੀਤੀ ਨਹੀਂ, ਕਦੇ ਬੈਠ ਕੇ 2 ਘੜੀਆਂ ਸ਼ਾਂਤ ਹੋਇਆ ਹੀ ਨਹੀਂ। ਉਸ ਨੂੰ ਜਾਣਿਆ ਹੀ ਨਹੀਂ ਜੋ ਤੇਰਾ ਅਸਲ ਸਰੂਪ ਹੈ। ਉਸ ਨੂੰ ਜਾਣਿਆ ਨਹੀਂ ਜਿਸ ਨੂੰ ਤੂੰ ਮੈਂ ਕਹਿੰਦਾ। ਇਹ ਮੈਂ ਕੌਣ ਹੈ? ਇਸ ਨੂੰ ਖੋਜਣਾ ਸੀ, ਉਹ ਤੂੰ ਕੀਤਾ ਹੀ ਨਹੀਂ। ਕੋਈ ਆਨੰਦ ਲਿਆ ਹੀ ਨਹੀਂ ਜ਼ਿੰਦਗੀ ਦਾ। ਦੁੱਖਾਂ ਦੇ ਵਿੱਚ ਹੀ ਦੁੱਖ ਇਕੱਠੇ ਕੀਤੇ ਅਤੇ ਦੁੱਖ ਲੈ ਕੇ ਹੀ ਮਰ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਧਰੇ ਵੀ ਨਹੀਂ ਆਇਆ, ਖਾਸ ਕਰਕੇ ਜਿੱਥੇ ਗੁਰੂ ਸਾਹਿਬ ਨੇ ਹਿਦਾਇਤ ਦਿੱਤੀ ਹੋਏ ਕਿ ਮਾਤਾ ਪਿਤਾ ਦੀ ਸੇਵਾ ਕਰੋ, ਇਹੀ ਜੀਵਨ ਦਾ ਮਨੋਰਥ ਹੈ, ਗ੍ਰਸਥ ਜੀਵਨ ਹੀ ਸਭ ਤੋਂ ਉੱਤਮ ਜੀਵਨ ਹੈ। ਇਹ ਸਾਰਾ ਕੁਝ ਸਾਡੇ ਦਿਮਾਗ 'ਚ ਪੰਡਤਾਂ ਵੱਲੋਂ ਪਾਇਆ ਗਿਆ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਨੇ ਕਿਸੇ ਵੀ ਰਿਸ਼ਤੇ ਨੂੰ
ਅਪਣਾਉਣ ਦੇ ਲਈ ਸਾਨੂੰ ਮਨਾ ਕੀਤਾ ਹੈ। ਨਹੀਂ, ਬਸ ਇੰਨਾ ਸਮਝਾ ਰਹੇ ਨੇ ਗੁਰੂ ਜੀ ਕਿ ਇਹਨਾਂ ਨੂੰ ਹੀ ਜ਼ਿੰਦਗੀ ਨਾ ਸਮਝ ਲਓ। ਇਹ ਸੱਚ ਨਹੀਂ ਹੈ, ਇਹ ਸਿਰਫ ਕੰਮ ਚਲਾਓ ਨੇ, ਕਿਉਂਕਿ ਸੰਸਾਰ 'ਚ ਤੁਸੀਂ ਬਿਨਾਂ ਰਿਸ਼ਤੇ ਤੋਂ ਨਹੀਂ ਰਹਿ ਸਕਦੇ। ਠੀਕ ਹੈ, ਰਿਸ਼ਤਿਆਂ 'ਚ ਰਹਿਣਾ ਜ਼ਰੂਰੀ ਹੈ, ਮਾਤਾ ਪਿਤਾ ਭੈਣ ਭਰਾ, ਇਹ ਸਿਰਫ ਕੰਮ ਚਲਾਓ। ਜਿਵੇਂ ਇੱਕ ਨਾਟਕ ਹੁੰਦਾ ਹੈ, ਜਿਵੇਂ ਇੱਕ ਪਲੇ ਚੱਲਦਾ ਹੈ, ਜਿਵੇਂ ਇੱਕ ਫਿਲਮ ਚੱਲਦੀ ਹੈ, ਉਹਦੇ 'ਚ ਪਾਤਰ ਹੁੰਦੇ ਨੇ, ਪਰ ਉਹ ਹੁੰਦੇ ਸਾਰੇ ਉਹ ਕਾਲਪਨਿਕ ਨੇ। ਇਹ ਸਭ ਕੁਝ ਕਾਲਪਨਿਕ ਹੈ, ਕਿਉਂਕਿ ਸੰਸਾਰ ਹੀ ਕਲਪਨਾ ਹੈ। ਸੋ ਇਹਨਾਂ ਦੇ ਵਿੱਚ ਰਹਿਣਾ ਹੈ, ਪਰ ਇਹਨਾਂ ਦੇ ਨਾਲ ਜੁੜ ਕੇ, ਇਹਨਾਂ ਦੇ ਨਾਲ ਹੀ ਜੀਵਨ ਨਹੀਂ ਲੰਘਾ ਦੇਣਾ। ਉਸ ਨੂੰ ਜਾਣਨਾ ਹੈ ਜੋ ਸਾਡਾ ਅਸਲ ਸਰੂਪ ਹੈ। ਅਤੇ ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲੈਂਦੇ ਹਾਂ, ਫਿਰ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਜਿਹਨੂੰ ਮੈਂ ਮਾਂ ਕਹਿੰਦਾ, ਜਿਹਨੂੰ ਮੈਂ ਪਿਤਾ ਕਹਿੰਦਾ, ਜਿਹਨੂੰ ਮੈਂ ਪੁੱਤਰ ਕਹਿੰਦਾ, ਜਿਹਨੂੰ ਮੈਂ ਭਰਾ ਕਹਿੰਦਾ, ਉਹ ਕੁਝ ਹੋਰ ਨਹੀਂ, ਉਹ ਇੱਕ ਹੀ ਹੈ ਜੋ ਸਾਰਿਆਂ ਵਿੱਚ ਵਰਤ ਰਿਹਾ। ਪਰ ਉਹ ਉਦੋਂ ਪਤਾ ਲੱਗੇਗਾ ਜਦੋਂ ਅਸੀਂ ਪਹਿਲਾਂ ਇਹਨਾਂ ਰਿਸ਼ਤਿਆਂ ਤੋਂ ਟੁੱਟਾਂਗੇ, ਇਹਨਾਂ ਰਿਸ਼ਤਿਆਂ ਤੋਂ ਹਟਾਂਗੇ, ਇਹਨਾਂ ਰਿਸ਼ਤਿਆਂ ਨੂੰ ਝੂਠ ਮੰਨਾਂਗੇ। ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਆਪ ਦੇ ਅੰਦਰ ਜਾਵਾਂਗੇ, ਕਿਉਂਕਿ ਬਾਹਰੋਂ ਟੁੱਟਿਆਂ ਤੁਸੀਂ ਅੰਦਰ ਨਹੀਂ ਜਾ ਸਕਦੇ। ਜਦੋਂ ਤੱਕ ਬਾਹਰ ਦਾ ਮੋਹ ਹੈ, ਉਦੋਂ ਤੱਕ ਅਸੀਂ ਆਪਣੇ ਅਸਲ ਸਰੂਪ ਨੂੰ ਨਹੀਂ ਜਾਣ ਸਕਦੇ। ਸੋ ਇਸੇ ਕਰਕੇ ਗੁਰੂ ਜੀ ਬਾਰ-ਬਾਰ ਕਹਿ ਰਹੇ ਨੇ ਕਿ ਬੰਧਨ ਨੇ ਰਿਸ਼ਤੇ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ। ਫਿਰ ਗੁਰੂ ਜੀ ਕਹਿੰਦੇ ਨੇ ਸਾਨੂੰ ਇਹਨਾਂ ਬੰਧਨਾਂ 'ਤੇ ਮਾਣ ਹੁੰਦਾ। ਅਸੀਂ ਦੇਖਿਆ ਨਾ ਕਿ ਲੋਕ ਗੱਲਾਂ ਕਰਦੇ ਨੇ ਕਿ ਭਰਾ ਜਿਹੜੇ ਨੇ ਉਹ ਮੇਰੀਆਂ ਬਾਹਾਂ ਨੇ, ਭਰਾਵਾਂ ਦਾ ਬੜਾ ਬਲ ਹੈ, ਭਰਾ ਹੋਣ 'ਤੇ ਬੜਾ ਕੁਝ ਹੁੰਦਾ ਹੈ। ਅਸੀਂ ਇੱਦਾਂ ਦੀਆਂ ਗਾਣੇ ਵੀ ਸੁਣਦੇ ਹਾਂ, ਗੀਤ ਵੀ ਬਣਾਏ ਹੋਏ ਨੇ, ਗਾਏ ਹੋਏ ਨੇ ਗੀਤਕਾਰਾਂ ਨੇ। ਪਰ ਗੁਰੂ ਜੀ ਕਹਿੰਦੇ ਨੇ ਮਾਤ ਪਿਤਾ ਭਾਈ ਸੁਤ ਬੰਧਨ ਤਿਨ ਕਾ ਬਲ ਹੈ ਥੋੜਾ। ਤੈਨੂੰ ਲੱਗਦਾ ਕਿ ਇਹਨਾਂ ਦਾ ਬਲ ਬੜਾ ਜ਼ੋਰ ਹੈ, ਤੈਨੂੰ ਲੱਗਦਾ ਕਿ ਜਿੰਨੇ ਮੇਰੇ ਭਰਾ ਨੇ, ਮੇਰੇ ਭਰਾਵਾਂ ਵਰਗੇ ਭਰਾ ਹੀ ਕੋਈ ਨਹੀਂ, ਮੇਰੇ ਪੁੱਤਰਾਂ ਵਰਗੇ ਪੁੱਤਰ ਹੀ ਕੋਈ ਨਹੀਂ, ਮੇਰੇ ਮਾਤਾ ਪਿਤਾ ਵਰਗੇ ਮਾਤਾ ਪਿਤਾ ਹੀ ਕੋਈ ਨਹੀਂ, ਤੈਨੂੰ ਬੜਾ ਮਾਣ ਹੈ। ਗੁਰੂ ਜੀ ਕਹਿੰਦੇ ਨੇ ਮਾਤ ਪਿਤਾ ਭਾਈ ਸੁਤ ਬੰਧਨ, ਇਹ ਸਾਰੇ ਹੈ ਤੇ ਬੰਧਨ ਨੇ। ਪਹਿਲੀ ਗੱਲ, ਤਿਨ ਕਾ ਬਲ ਹੈ ਥੋੜਾ। ਤੂੰ ਜਿੰਨਾ ਮਰਜ਼ੀ ਸਮਝ ਲੈ ਕਿ ਬੜਾ ਇਹਨਾਂ 'ਚ ਬਲ ਹੈ, ਬੜਾ ਇਹਨਾਂ 'ਚ ਜ਼ੋਰ ਹੈ, ਬੜੀ ਇਹਨਾਂ 'ਚ ਤਾਕਤ ਹੈ, ਤੈਨੂੰ ਬੜਾ ਆਪਣੇ ਮਾਨ ਪਰਿਵਾਰ 'ਤੇ ਹੈ ਕਿ ਮੇਰੇ ਕੁਲ ਵਰਗੀ ਕੋਈ ਕੁਲ ਹੀ ਨਹੀਂ, ਮੇਰੇ ਪਰਿਵਾਰ ਵਰਗਾ ਕੋਈ ਪਰਿਵਾਰ ਹੀ ਨਹੀਂ ਦੁਨੀਆ 'ਤੇ। ਪਰ ਕਹਿੰਦੇ ਇਹ ਸਭ ਕੀ ਹੈ? ਇਨ ਕਾ ਬਲ ਹੈ, ਤਿਨ ਕਾ ਬਲ ਹੈ ਥੋੜਾ। ਬੜਾ ਥੋੜਾ ਬਲ ਹੈ ਇਹਨਾਂ ਦਾ। ਤੈਨੂੰ ਲੱਗਦਾ ਬੜਾ ਵੱਡਾ ਬਲ ਹੈ, ਬੜਾ ਬਹੁਤਾ ਬਲ ਹੈ। ਨਹੀਂ, ਇਹ ਤੇਰਾ ਇੱਕ ਭੁਲੇਖਾ ਹੈ। ਅਨਕ ਰੰਗ ਮਾਇਆ ਕੇ ਪੇਖੈ, ਕਿਛ ਸਾਥ ਨਾ ਚਾਲੈ ਭੋਰਾ। ਕਹਿੰਦਾ ਜਿੰਨਾ ਮਰਜ਼ੀ ਤੈਨੂੰ ਮਾਣ ਹੋਏ, ਜਿੰਨਾ ਮਰਜ਼ੀ ਤੈਨੂੰ ਆਪਣੇ ਪੈਸੇ 'ਤੇ, ਪ੍ਰੋਪਰਟੀ 'ਤੇ, ਇਹਨਾਂ ਰਿਸ਼ਤਿਆਂ 'ਤੇ ਮਾਣ ਹੈ, ਪਰ ਇਹ ਹੈ ਕੁਝ ਵੀ ਨਹੀਂ, ਬੜਾ ਥੋੜਾ ਇਹਨਾਂ ਦਾ ਸਮਾਂ ਹੈ। ਅਤੇ ਨਾਲ ਤਾਂ ਬਿਲਕੁਲ ਵੀ ਨਹੀਂ ਜਾਂਦੇ। ਹੁਣ ਦੇਖਿਆ ਨਾ ਕੋਵਿਡ 'ਚ ਕਿਵੇਂ ਜਦੋਂ ਲੋਕ ਮਰੇ ਨੇ ਅਤੇ ਉਹਨਾਂ ਦੇ ਕੋਲ ਫੈਮਿਲੀ ਦਾ ਕੋਈ ਵੀ ਮੈਂਬਰ ਜਾਣ ਤੋਂ ਡਰਦਾ ਸੀ। ਬਸ ਇਹੀ ਸੱਚਾਈ ਹੈ ਜ਼ਿੰਦਗੀ ਦੀ। ਸੋ ਅਸੀਂ ਭੁੱਲੇ ਹੋਏ ਹਾਂ। ਗੁਰੂ ਜੀ ਸਾਨੂੰ ਯਾਦ ਦਿਵਾ ਰਹੇ ਨੇ ਕਿ ਇਹ ਸੰਸਾਰੀ ਰਿਸ਼ਤੇ ਜੋ ਸਿਰਫ ਦੇਹ ਦੇ ਰਿਸ਼ਤੇ ਨੇ, ਸਿਰਫ ਹੇਤ ਦੇ ਰਿਸ਼ਤੇ ਨੇ, ਲਾਲਚ ਦੇ ਰਿਸ਼ਤੇ ਨੇ, ਕਿਸੇ ਮਤਲਬ ਦੇ ਰਿਸ਼ਤੇ ਨੇ, ਮਮਤਾ ਦਾ ਰਿਸ਼ਤਾ ਹੈ, ਮੋਹ ਦਾ ਰਿਸ਼ਤਾ ਹੈ। ਮਦ ਮਾਤਾ ਬੰਧਨ ਬਾਂਧਿਆ, ਜਿਵੇਂ ਗੁਰੂ ਜੀ ਕਹਿੰਦੇ ਸੀ ਨਾ ਕਿ ਤੂੰ ਨਸ਼ੇ ਵਿੱਚ ਹੈ, ਤੂੰ ਸੁੱਤਾ ਹੋਇਆ, ਇਸ ਕਰਕੇ ਤੈਨੂੰ ਇਹ ਚੰਗੇ ਲੱਗਦੇ ਨੇ। ਪਰ ਜਿਸ ਨੇ ਉਸ ਪਰਮਾਤਮਾ ਨੂੰ ਜਾਣਨਾ ਹੈ, ਜਾਂ ਇੱਦਾਂ ਕਹਿ ਲਓ ਜਿਸ ਨੇ ਆਪਣੇ ਆਪ ਨੂੰ ਜਾਣਨਾ ਹੈ, ਸਾਰੀ ਗੁਰਬਾਣੀ ਆਪਣੇ ਆਪ ਨੂੰ ਜਾਣਨ ਦੀ ਗੱਲ ਕਰਦੀ ਹੈ। ਅਤੇ ਅਸੀਂ ਆਪਣੇ ਆਪ ਨੂੰ ਭੁੱਲੇ ਹੋਏ ਹਾਂ। ਬਸ ਇਹੀ ਗੱਲਾਂ ਨੇ, ਦੋ ਗੱਲਾਂ ਨੇ। ਅਸੀਂ ਭੁੱਲੇ ਹੋਏ ਹਾਂ ਆਪਣੇ ਆਪ ਨੂੰ, ਅਸੀਂ ਆਪਣੇ ਆਪ ਨੂੰ ਇਹ ਸਰੀਰ ਮੰਨਿਆ ਹੋਇਆ ਹੈ, ਰਿਸ਼ਤਿਆਂ ਨਾਤਿਆਂ 'ਚ ਅਸੀਂ ਉਲਝੇ ਹੋਏ ਹਾਂ, ਉਹਨਾਂ ਵਾਸਤੇ ਅਸੀਂ ਪੁੱਠੇ ਕੰਮ ਕਰਕੇ ਬੰਧਨਾਂ 'ਚ ਪਏ ਹੋਏ ਹਾਂ, ਦੁੱਖ ਝੇਲ ਰਹੇ ਹਾਂ। ਗੁਰੂ ਜੀ ਕਹਿੰਦੇ ਨੇ ਛੱਡੋ ਇਹ ਸਾਰਾ ਝੂਠਾ ਧੰਦਾ, ਆਪਣੇ ਆਪ ਦੀ ਖੋਜ ਕਰੋ, ਆਪਣੇ ਆਪ ਨੂੰ ਦੇਖੋ। ਸਭ ਤੋਂ ਉੱਤਮ ਰਿਸ਼ਤਾ ਜੋ ਇਸ ਸੰਸਾਰ ਦੇ ਅੰਦਰ ਹੈ ਉਹ ਹੈ ਗੁਰੂ ਦਾ ਰਿਸ਼ਤਾ। ਤਾਂ ਹੀ ਗੁਰਬਾਣੀ ਕਹਿੰਦੀ ਨਾ ਗੁਰਦੇਵ ਮਾਤਾ, ਗੁਰਦੇਵ ਪਿਤਾ। ਜੇ ਕੋਈ ਸੱਚਾ ਰਿਸ਼ਤਾ ਹੈ ਇਸ ਦੁਨੀਆ ਦੇ ਅੰਦਰ, ਉਹ ਹੈ ਗੁਰੂ ਦਾ ਰਿਸ਼ਤਾ। ਕਿਉਂਕਿ ਬਾਕੀ ਰਿਸ਼ਤੇ ਸਾਨੂੰ ਨਰਕ ਵੱਲ ਲੈ ਕੇ ਜਾਂਦੇ ਨੇ। ਗੁਰੂ ਸਾਨੂੰ ਸਾਡੇ ਅੰਦਰ ਜੋ ਸਵਰਗ ਹੈ ਉਹਦੀ ਯਾਦ ਦਿਵਾਉਂਦਾ। ਗੁਰੂ ਸਾਨੂੰ ਇਹਨਾਂ ਬੰਧਨਾਂ 'ਚੋਂ ਕੱਢਦਾ। ਗੁਰੂ ਸਾਨੂੰ ਦੁੱਖਾਂ 'ਚੋਂ ਕੱਢ ਕੇ ਆਨੰਦ ਦੀ ਪ੍ਰਾਪਤੀ ਕਿੱਦਾਂ ਕਰਨੀ ਹੈ ਇਸ ਬਾਰੇ ਗਿਆਨ ਦਿੰਦਾ, ਸੋਝੀ ਬਖਸ਼ਦਾ। ਸੋ ਉਸ ਰਿਸ਼ਤੇ ਨੂੰ ਭਾਲੀਏ, ਗੁਰੂ ਨੂੰ ਨਤਮਸਤਕ ਹੋਈਏ, ਗੁਰੂ ਦੀ ਗੱਲ ਮੰਨੀਏ, ਤਾਂ ਜੋ ਅਸੀਂ ਵੀ ਜੋ ਜੀਵਨ 'ਚ ਸੱਚ ਹੈ ਉਸ ਦੀ ਪ੍ਰਾਪਤੀ ਹੋ ਸਕੇ। ਉਸ ਤੋਂ ਪਹਿਲਾਂ ਸਭ ਝੂਠ ਹੈ, ਉਸ ਤੋਂ ਪਹਿਲਾਂ ਸਭ ਵਿਅਰਥ ਹੈ। ਉਸ ਤੋਂ ਪਹਿਲਾਂ ਸਾਨੂੰ ਲੱਗਦਾ ਹੋਏ ਕਿ ਅਸੀਂ ਜੀਵਨ 'ਚ ਬੜਾ ਕੁਝ ਹਾਸਿਲ ਕਰ ਲਿਆ, ਪਰ ਗੁਰੂ ਜੀ ਕਹਿੰਦੇ ਕੁਝ ਵੀ ਨਹੀਂ।
ਇਹ ਸਭ ਕੁਝ ਬਹੁਤ ਥੋੜ੍ਹਾ ਹੈ, ਇਹ ਸਭ ਕੁਝ ਬੰਧਨ ਹੈ। ਤੂੰ ਕੁਝ ਵੀ ਪ੍ਰਾਪਤ ਨਹੀਂ ਕੀਤਾ, ਤੈਨੂੰ ਲੱਗਦਾ ਕਿ ਬਹੁਤ ਕੁਝ ਹਾਸਿਲ ਕਰ ਲਿਆ ਤੂੰ, ਪਰ ਇਹ ਤੇਰਾ ਭੁਲੇਖਾ ਹੈ। ਇਸ ਭੁਲੇਖੇ 'ਚੋਂ ਨਿਕਲ, ਉਸ ਇੱਕ ਨੂੰ ਜਾਣ ਜਿਸ ਨੂੰ ਜਾਣਿਆ ਸਭ ਨੂੰ ਜਾਣ ਲਿਆ ਜਾਂਦਾ ਹੈ। ਫਿਰ ਉਹ ਇੱਕ ਹੀ ਸਾਰਿਆਂ 'ਚ ਨਜ਼ਰ ਆਉਂਦਾ ਹੈ। ਫਿਰ ਮਾਤਾ ਵਿੱਚ ਵੀ ਉਹ ਇੱਕ ਹੈ, ਪਿਤਾ ਵਿੱਚ ਵੀ ਉਹ ਇੱਕ ਹੈ। ਫਿਰ ਤੂੰ ਉਹਨਾਂ ਦੀ ਸੇਵਾ ਇਹ ਸਮਝ ਕੇ ਨਹੀਂ ਕਰਦਾ ਕਿ ਤੇਰੇ ਮਾਤਾ ਪਿਤਾ ਨੇ। ਫਿਰ ਤੇ ਤੂੰ ਇੱਦਾਂ ਹੀ ਕਰਦਾ ਜਿੱਦਾਂ ਤੇਰਾ ਆਪਣਾ ਸਰੀਰ ਹੈ, ਅਤੇ ਤੂੰ ਆਪਣੇ ਸਰੀਰ ਦੀ ਜੇ ਇੱਕ ਹੱਥ ਨੂੰ ਦੂਜਾ ਹੱਥ ਸਾਫ਼ ਕਰਦਾ ਹੈ, ਤੂੰ ਇਸ ਕਰਕੇ ਨਹੀਂ ਕਰ ਰਿਹਾ ਕਿ ਉਹ ਕੋਈ ਸੇਵਾ ਕਰ ਰਿਹਾ। ਉਹਨੂੰ ਪਤਾ ਹੈ ਕਿ ਮੇਰਾ ਹੀ ਹਿੱਸਾ ਨੇ। ਜੇ ਪੈਰ 'ਤੇ ਸੱਟ ਲੱਗੀ ਹੈ ਜਾਂ ਸਿਰ 'ਤੇ ਸੱਟ ਲੱਗੀ ਹੈ, ਤਾਂ ਤੁਸੀਂ ਇਹ ਨਹੀਂ ਕਹਿੰਦੇ ਡਾਕਟਰ ਕੋਲ ਜਾ ਕੇ ਕਿ ਹੁਣ ਮੈਨੂੰ ਠੀਕ ਕਰੋ, ਮੈਂ ਆਪਣੇ ਤਨ ਦੀ ਸੇਵਾ ਕਰਨੀ ਹੈ ਜਾਂ ਤਨ ਦੀ ਸੇਵਾ ਕਰ ਰਿਹਾ। ਨਹੀਂ, ਤੁਹਾਡਾ ਆਪਣਾ ਹੀ ਹਿੱਸਾ ਹੈ। ਇਸੇ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲੈਂਦੇ, ਤੁਹਾਨੂੰ ਪਤਾ ਲੱਗ ਜਾਂਦਾ ਕਿ ਜੋ ਵੀ ਮੈਂ ਦੇਖ ਰਿਹਾ, ਜੋ ਵੀ ਮੈਂ ਆਪਣੇ ਆਲੇ ਦੁਆਲੇ ਜਾਣ ਰਿਹਾ, ਸਭ ਮੇਰਾ ਇੱਕ ਦਾ ਹੀ ਹਿੱਸਾ ਹੈ। ਫਿਰ ਉਹਦੇ 'ਚ ਸੇਵਾ ਭਾਵ ਨਹੀਂ ਹੁੰਦਾ। ਫਿਰ ਜੋ ਵੀ ਤੁਸੀਂ ਕਰਦੇ ਹੋ ਸੇਵਾ ਹੁੰਦੀ ਹੈ, ਜੋ ਵੀ ਤੁਹਾਡੇ ਕੋਲੋਂ ਹੁੰਦਾ ਉਹ ਸੇਵਾ ਹੀ ਹੁੰਦੀ ਹੈ। ਫਿਰ ਤੁਸੀਂ ਇਹ ਨਹੀਂ ਕਿ ਮਾਤਾ ਪਿਤਾ ਨੇ ਤੇ ਇਹਨਾਂ ਦਾ ਜ਼ਿਆਦਾ ਖਾਸ ਧਿਆਨ ਰੱਖਣਾ ਹੈ। ਫਿਰ ਜੋ ਤੁਹਾਡੇ ਸਾਹਮਣੇ ਆ ਜਾਂਦਾ ਹੈ, ਤੁਸੀਂ ਸਭ ਦੇ ਨਾਲ ਇੱਕ ਤਰੀਕੇ ਨਾਲ, ਇੱਕ ਭਾਵ ਨਾਲ ਹੀ ਵਰਤਦੇ ਹੋ। ਤੁਹਾਡੇ ਮਨ ਦੇ ਅੰਦਰ ਸਿਰਫ ਪ੍ਰੇਮ ਭਾਵ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਤੁਸੀਂ ਖੁਦ ਮਿਟ ਜਾਂਦੇ ਹੋ ਅਤੇ ਆਪਣੇ ਅਸਲ ਨੂੰ ਜਾਣ ਲੈਂਦੇ ਹੋ। ਫਿਰ ਜੋ ਵੀ ਸਰੀਰ, ਜੋ ਵੀ ਤੁਹਾਡੇ ਆਲੇ ਦੁਆਲੇ ਹੈ, ਭਾਵੇਂ ਉਹ ਮਾਤਾ ਹੈ, ਭਾਵੇਂ ਉਹ ਪਿਤਾ ਹੈ, ਭਾਵੇਂ ਉਹ ਕੋਈ ਹੋਰ ਹੈ ਜਿਹਨੂੰ ਤੁਸੀਂ ਨਹੀਂ ਜਾਣਦੇ, ਜੋ ਵੀ ਤੁਹਾਡੇ ਨਜ਼ਦੀਕ ਆਉਂਦਾ ਹੈ ਉਹ ਸਿਰਫ ਤੁਹਾਨੂੰ ਉਹਦੇ ਵਿੱਚ ਇੱਕ ਹੀ ਨਜ਼ਰ ਆਉਂਦਾ ਹੈ। ਅਤੇ ਤੁਸੀਂ ਪ੍ਰੇਮ ਭਾਵ ਦੇ ਨਾਲ ਸਾਰਿਆਂ ਦੇ ਵਿੱਚ ਉਸ ਇੱਕ ਨੂੰ ਵੇਖਦਿਆਂ ਹੋਏ ਆਪਣਾ ਜੀਵਨ ਬਤੀਤ ਕਰਦੇ ਹੋ। ਪਰ ਉਸ ਤੋਂ ਪਹਿਲਾਂ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਅਹੰਕਾਰ ਸਮਝਿਆ, ਵੱਖ ਸਮਝਿਆ, ਸਰੀਰ ਸਮਝਿਆ, ਅਸੀਂ ਆਪਣੇ 4 5 6 ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਵਿਚਰਦੇ ਹੋਏ ਬਹੁਤ ਕੁਝ ਬੁਰਾ ਕਰਦੇ ਹਾਂ, ਆਪਣੇ ਜੀਵਨ ਨੂੰ ਦੁੱਖ ਦੇ ਵਿੱਚ ਪਾ ਦਿੰਦੇ ਹਾਂ ਅਤੇ ਸਾਨੂੰ ਲੱਗਦਾ ਕਿ ਅਸੀਂ ਇਹੀ ਜੀਵਨ ਹੈ ਜੋ ਜੀਣਾ ਹੈ। ਪਰ ਨਹੀਂ, ਗੁਰੂ ਜੀ ਕਹਿੰਦੇ ਨੇ ਇਹ ਜੀਵਨ ਨਹੀਂ।